ਸਤਿ ਸ੍ਰੀ ਅਕਾਲ ਪਿਆਰੇ ਦੋਸਤੋ, ਪਿਆਰ ਭਰੀ ਫਤਿਹ ਕਬੂਲ ਕਰਿਓ। ਆਏ ਦਿਨ ਤੁਹਾਨੂੰ ਇੱਕ ਨਵੇਂ ਤੱਥ ਨਾਲ ਜੋੜਦੇ ਰਹਿੰਦੇ ਆ ਕਿ ਨਵੇਂ-ਨਵੇਂ ਕਰੈਕਟਰਾਂ ਬਾਰੇ ਦੱਸਦੇ ਰਹਿੰਦੇ ਆ ਜਿਸ ਬਾਰੇ ਤੁਹਾਨੂੰ ਵੀ ਅਜੇ ਤੱਕ ਨਹੀਂ ਪਤਾ। ਸਾਡੇ ਸਮਾਜ ਦੇ ਅੰਦਰ ਕਈ ਸੁਤੰਤਰਤਾ ਸੈਲਾਨੀ ਹੋਏ ਨੇ ਜਿਨ੍ਹਾਂ ਨੇ ਸਾਡੇ ਸਮਾਜ ਲਈ ਲੜਿਆ ਤੇ ਸਾਡੇ ਸਮਾਜ ਨੂੰ ਬਹੁਤ ਚੀਜ਼ਾਂ ਦਿੱਤੀਆਂ ਜਿਸ ਬਾਰੇ ਅੱਜ ਤੱਕ ਅਸੀਂ ਜਾਣਦੇ ਵੀ ਨਹੀਂ। ਜਿਵੇਂ ਅਸੀਂ ਕੱਲ ਤਾਤਿਆ ਮਾਮਾ ਬਾਰੇ ਵੀ ਗੱਲ ਕਰੀ ਸੀ, ਉਸੇ ਤਰ੍ਹਾਂ ਅੱਜ ਅਸੀਂ ਤੁਹਾਨੂੰ ਬਿਰਸਾ ਮੁੰਡਾ ਬਾਰੇ ਗੱਲ ਕਰਨ ਜਾ ਰਹੇ ਹਾਂ। ਬਿਰਸਾ ਮੁੰਡਾ ਸੀ ਜੋ ਉਸਦਾ ਜੀਵਨ ਕਾਲ ਆ 15 ਨਵੰਬਰ 1875 ਤੋਂ 9 ਜੂਨ 1900 ਤੱਕ ਦਾ ਰਹਿੰਦਾ ਹੈ। ਇੱਕ ਭਾਰਤੀ ਕਬਾਇਲੀ ਸੁਤੰਤਰਤਾ ਕਾਰਕੁਨ ਅਤੇ ਲੋਕ ਨਾਇਕ ਸੀ ਮੁੰਡਾ। ਮੁੰਡਾ ਜੋ ਉਸਦਾ ਕਬੀਲਾ ਸੀ ਜਿਸ ਨਾਲ ਸੰਬੰਧ ਰੱਖਦਾ ਸੀ, ਉਸਨੇ ਬ੍ਰਿਟਿਸ਼ ਰਾਜ ਦੇ ਦੌਰਾਨ 19ਵੀਂ ਸਦੀ ਦੇ ਅਖੀਰ ਵਿੱਚ ਬੰਗਾਲ ਪ੍ਰੈਜ਼ੀਡੈਂਸੀ ਹੁਣ ਝਾਰਖੰਡ ਵਿੱਚ ਪੈਦਾ ਹੋਈ ਇੱਕ ਕਬਾਇਲੀ ਧਾਰਮਿਕ ਹਜ਼ਾਰਾਂ ਸਾਲਾਂ ਦੀ ਲਹਿਰ ਦੀ ਅਗਵਾਈ ਵੀ ਕੀਤੀ, ਜਿਸ ਨਾਲ ਉਹ ਭਾਰਤੀ ਸੁਤੰਤਰਤਾ ਅੰਦੋਲਨ ਦੇ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਸ਼ਖਸੀਅਤ ਬਣਿਆ। ਮੁੰਡਾ ਬਗਾਵਤ ਮੁੱਖ ਤੌਰ ਤੇ ਖੋਟੀ ਤਾਮਰ ਸਰਵਦਾ ਅਤੇ ਬੰਦਗਾਓ ਦੀ ਮੁੱਢਾ ਪੱਟੀ ਵਿੱਚ ਕੇਂਦਰਿਤ ਸੀ। ਬਿਰਸਾ 2 ਸਾਲ ਆਯੂ ਭੂਤ ਵਿਖੇ ਰਹੇ। ਉਹ ਜੈਪਾਲ ਨਾਗ ਦੁਆਰਾ ਚਲੇ ਜਾ ਰਹੇ ਸਾਲਗਾ ਵਿਖੇ ਸਕੂਲ ਆ ਗਿਆ। ਉਹ ਆਪਣੀ ਮਾਂ ਦੀ ਛੋਟੀ ਭੈਣ ਜੋਨੀ ਦੇ ਨਾਲ ਜੋ ਉਸਦਾ ਸ਼ਕੀਨ ਸੀ ਜਦੋਂ ਉਸਦਾ ਵਿਆਹ ਹੋਇਆ ਸੀ, ਉਸਦੇ ਨਵੇਂ ਘਰ ਖਟੰਗਾ ਗਿਆ। ਉਹ ਇੱਕ ਈਸਾਈ ਮਿਸ਼ਨਰੀ ਦੇ ਸੰਪਰਕ ਵਿੱਚ ਆਇਆ ਜੋ ਪਿੰਡ ਦੇ ਕੁਝ ਪਰਿਵਾਰਾਂ ਨੂੰ ਮਿਲਣ ਗਿਆ ਸੀ। ਉਸ ਨੇ ਈਸਾਈ ਧਰਮ ਵਿੱਚ ਤਬਦੀਲ ਹੋ ਗਿਆ। ਬਿਰਸਾ ਮੁੰਡਾ ਬਹੁਤ ਜਲਦੀ ਸਮਝ ਗਿਆ ਸੀ ਕਿ ਈਸਾਈ ਮਿਸ਼ਨਰੀ ਆਦੀਵਾਸੀਆਂ ਨੂੰ ਈਸਾਈ ਬਣਾ ਰਹੇ ਹਨ। ਬਿਰਸਾ ਨੇ ਜਲਦ ਹੀ ਈਸਾਈਆਂ ਮਿਸਰੀਆਂ ਨੂੰ ਚੁਣੌਤੀ ਦੇਣਾ ਸ਼ੁਰੂ ਕਰ ਦਿੱਤਾ ਅਤੇ ਮੁੰਡਾ ਅਤੇ ਓਰਾਮਾ ਭਾਈਚਾਰੇ ਦੇ ਨਾਲ ਧਰਮ ਪਰਿਵਰਤਨ ਦੀਆਂ ਗਤੀਵਿਧੀਆਂ ਵਿਰੁੱਧ ਮੁੰਡਾ ਨੇ ਬਗਾਵਤ ਕੀਤੀ। ਜਿਵੇਂ ਕਿ ਬਿਰਸਾ ਆਪਣੀ ਪੜ੍ਹਾਈ ਵਿੱਚ ਤੇਜ਼ ਸੀ, ਜੈਪਾਲ ਨਾਗ ਨੇ ਉਸ ਨੂੰ ਜਰਮਨ ਮਿਸ਼ਨ ਸਕੂਲ ਵਿੱਚ ਸ਼ਾਮਲ ਹੋਣ ਦੀ ਸਿਫਾਰਸ਼ ਕੀਤੀ ਤੇ ਬਿਰਸਾ ਨੇ ਈਸਾਈ ਧਰਮ ਅਪਣਾ ਲਿਆ ਤੇ ਉਸ ਦਾ ਨਾਂ ਬਦਲ ਕੇ ਬਿਰਸਾ ਡੇਵਿਡ ਰੱਖਿਆ ਗਿਆ। ਜੋ ਬਿਰਸਾ ਮੁੰਡਾ ਨਾਮ ਸੀ ਉਸਦਾ, ਜਦੋਂ ਉਸਨੇ ਈਸਾਈ ਧਰਮ ਦੇ ਵਿੱਚ ਉਹ ਤਬਦੀਲ ਹੋਇਆ ਤਾਂ ਉਸ ਦਾ ਨਾਮ ਬਦਲ ਕੇ ਬਿਰਸਾ ਡੇਵਿਡ ਰੱਖਿਆ ਗਿਆ, ਜੋ ਬਾਅਦ ਵਿੱਚ ਬਿਰਸਾ ਦੌਦ ਬਣ ਗਿਆ। ਕੁਝ ਸਾਲ ਪੜ੍ਹਾਈ ਕਰਨ ਤੋਂ ਬਾਅਦ ਉਸਨੇ ਜਰਮਨ ਮਿਸ਼ਨ ਸਕੂਲ ਛੱਡ ਦਿੱਤਾ। ਭਾਰਤੀ ਇਤਿਹਾਸ ਦੀ ਕਈ ਮਹਾਨ ਨਾਇਕਾਂ ਨੇ ਦੇਸ਼ ਦੀ ਆਜ਼ਾਦੀ ਲਈ ਲੜਾਈ ਲੜੀ ਹੈ। ਉਹਨਾਂ ਵਿੱਚੋਂ ਇੱਕ ਹੈ ਬਿਰਸਾ ਮੁੰਡਾ, ਜਿਸ ਨੇ ਆਪਣੀ ਬਹਾਦਰੀ ਅਤੇ ਦਲੇਰੀ ਭਰ ਕੰਮਾਂ ਨਾਲ ਹੀ ਦੇਸ਼ ਭਗਤੀ 'ਚ ਇੱਕ ਮਿਸਾਲ ਕਾਇਮ ਕੀਤੀ। ਉਸ ਦਾ ਜਨਮ 15 ਨਵੰਬਰ 1875 ਨੂੰ ਝਾਰਖੰਡ ਦੇ ਬਿਰਸਾ ਪਿੰਡ ਵਿੱਚ ਹੋਇਆ ਸੀ। 1886 ਤੋਂ 1890 ਤੱਕ ਚਾਈਬਾਸਾ ਵਿਖੇ ਬਿਰਸਾ ਲੰਬਾ ਠਹਿਰਨਾ ਉਸਦੇ ਜੀਵਨ ਦਾ ਇੱਕ ਸ਼ੁਰੂਆਤੀ ਦੌਰ ਸੀ। ਇਹ ਸਾਰਾ ਸਮਾਂ ਜਰਮਨ ਅਤੇ ਰੋਮਨ ਕੈਥੋਲਿਕ ਈਸਾਈ ਅੰਦੋਲਨ ਦੁਆਰਾ ਦਰਸਾਇਆ ਗਿਆ। ਆਜ਼ਾਦੀ ਦੇ ਸੰਘਰਸ਼ ਦੇ ਮੱਦੇਨਜ਼ਰ ਸੁਖਨਾ ਮੁੰਡਾ ਨੇ ਆਪਣੇ ਪੁੱਤਰ ਨੂੰ ਸਕੂਲ ਤੋਂ ਵਾਪਸ ਲੈ ਲਿਆ। 1890 ਵਿੱਚ ਚਾਈਬਾਸਾ ਛੱਡਣ ਤੋਂ ਤੁਰੰਤ ਬਾਅਦ ਬਿਰਸਾ ਅਤੇ ਉਸਦੇ ਪਰਿਵਾਰ ਨੇ ਜਰਮਨ ਮਿਸ਼ਨ ਵਿੱਚ ਆਪਣੀ ਮੈਂਬਰਸ਼ਿਪ ਛੱਡ ਦਿੱਤੀ, ਈਸਾਈ ਹੋਣਾ ਬੰਦ ਕਰ ਦਿੱਤਾ ਅਤੇ ਆਪਣੀ ਮੂਲ ਰਵਾਇਤੀ ਕਬਾਇਲੀ ਧਾਰਮਿਕ ਪ੍ਰਣਾਲੀ ਵਿੱਚ ਵਾਪਸ ਆ ਗਿਆ। ਵੱਧਦੇ ਸਰਦਾਰ ਅੰਦੋਲਨ ਦੇ ਮੱਦੇਨਜ਼ਰ ਉਸਨੇ ਜਰਵੇਰਾ ਛੱਡ ਦਿੱਤਾ। ਉਸਨੇ ਪੁਲਾੜ ਖੇਤਰ ਵਿੱਚ ਪ੍ਰਿੰਗ ਦੇ ਗਿਡਿਓਨ ਦੀ ਅਗਵਾਈ ਵਿੱਚ ਸੁਰੱਖਿਅਤ ਜੰਗਲ ਵਿੱਚ ਦੇ ਮੁੰਡਿਆਂ ਦੇ ਰਵਾਇਤੀ ਅਧਿਕਾਰਾਂ ਤੇ ਲਗਾਈਆਂ ਪਾਬੰਦੀਆਂ ਤੇ ਲੋਕ ਅਸੰਤੁਸ਼ਟੀ ਤੋਂ ਪੈਦਾ ਹੋਏ ਅੰਦੋਲਨ ਵਿੱਚ ਹਿੱਸਾ ਵੀ ਲਿਆ। 1893 ਤੋਂ 94 ਦੇ ਦੌਰਾਨ ਪਿੰਡ ਦੀਆਂ ਸਾਰੀ ਰਹਿੰਦ-ਖੂੰਹਦ ਜ਼ਮੀਨਾਂ ਜਿਨ੍ਹਾਂ ਦੀ ਮਾਲਕੀ ਸਰਕਾਰ ਕੋਲ ਸੀ, 1882 ਦੇ ਭਾਰਤੀ ਜੰਗਲਾਤ ਐਕਟ 7 ਦੇ ਤਹਿਤ ਸੁਰੱਖਿਆ ਜੰਗਲਾਂ ਵਿੱਚ ਗਠਿਤ ਕੀਤਾ ਗਿਆ ਤਾਂ ਪੱਛਮੀ ਸਿੰਘਭੂਮ ਵਿੱਚ ਜਿਵੇਂ ਕਿ ਲੋਹਰਦਗਾ ਵਿੱਚ ਜੰਗਲ ਨਿਪਟਾਉਣ ਦੀਆਂ ਕਾਰਵਾਈਆਂ ਸ਼ੁਰੂ ਕੀਤੀਆਂ ਗਈਆਂ ਸਨ ਅਤੇ ਉਪਾਅ ਕੀਤੇ ਗਏ ਸਨ ਕਿ ਜੰਗਲਾਂ ਵਿੱਚ ਰਹਿਣ ਵਾਲੇ ਭਾਈਚਾਰਿਆਂ ਦੇ ਅਧਿਕਾਰਾਂ ਨੂੰ ਨਿਰਧਾਰਤ ਕਰ ਲਿਆ ਜਾਵੇ। ਜੰਗਲਾਂ ਵਿੱਚ ਪਿੰਡਾਂ ਦੇ ਸੰਵਿਧਾਨਕ ਅਧਿਕਾਰ ਦੇ ਬਾਲਕਾਂ ਵਿੱਚ ਚਿੰਤਿਤ ਕੀਤਾ ਗਿਆ ਸੀ, ਜਿਸ ਪਿੰਡਾਂ ਦੀਆਂ ਥਾਵਾਂ ਤੇ ਪਿੰਡਾਂ ਦੀਆਂ ਲੋੜਾਂ ਲਈ ਕਾਸ਼ਤਯੋਗ ਰਹਿੰਦ-ਖੂੰਹਦ ਸ਼ਾਮਲ ਸੀ। 1894 ਵਿੱਚ ਬਿਰਸਾ ਮੁੰਡਾ ਇੱਕ ਮਜ਼ਬੂਤ ਨੌਜਵਾਨ, ਚਲਾਕ ਅਤੇ ਬੁੱਧੀਮਾਨੀ ਬਣ ਗਿਆ ਸੀ ਅਤੇ ਉਸਨੇ ਬਾਰਸ਼ ਨਾਲ ਨੁਕਸਾਨੇ ਗਏ ਜਰਵੇਰਾ ਵਿਖੇ ਦੁਬਾਰੀ ਟੈਂਕ ਦੀ ਮੁਰੰਮਤ ਸ਼ੁਰੂ ਕਰ ਦਿੱਤੀ ਸੀ। ਪੱਛਮੀ ਸਿੰਘਭੂਮ ਜ਼ਿਲ੍ਹੇ ਦੇ ਸ਼ੰਕਰਾ ਪਿੰਡ ਦੇ ਗਵਾਂਢ ਵਿੱਚ ਰਹਿਣ ਦੌਰਾਨ ਉਸਨੂੰ ਇੱਕ ਢੁਕਵਾਂ ਸਾਥੀ ਮਿਲਿਆ। ਉਸਨੇ ਆਪਣੇ ਮਾਪਿਆਂ ਨੂੰ ਗਹਿਣੇ ਭੇਟ ਕੀਤੇ ਤੇ ਵਿਆਹ ਬਾਰੇ ਆਪਣੇ ਵਿਚਾਰ ਨੂੰ ਸਮਝਾਇਆ। ਬਾਅਦ ਵਿੱਚ ਜੇਲ੍ਹ ਤੋਂ ਵਾਪਸ ਆਉਣ ਤੇ ਉਸਨੇ ਉਸਨੂੰ ਆਪਣੇ ਪ੍ਰਤੀ ਵਫਾਦਾਰ ਨਹੀਂ ਪਾਇਆ ਤੇ ਉਸਨੂੰ ਛੱਡ ਦਿੱਤਾ। ਇੱਕ ਹੋਰ ਔਰਤ ਜਿਸਨੇ ਚਾਲਕਟ ਵਿਖੇ ਉਸਦੀ ਸੇਵਾ ਕੀਤੀ ਅਤੇ ਮੈਥਿਆਸ ਮੁੰਡਾ ਦੀ ਭੈਣ ਸੀ, ਜੇਲ੍ਹ ਤੋਂ ਰਿਹਾ ਹੋਣ ਤੋਂ ਕੋਨਾਸਰ ਦੇ ਮੁਥਰਾ ਮੁੰਡੇ ਦੀ ਧੀ, ਜਿਸ ਨੂੰ ਕਾਲੀ ਮੁੰਡਾ ਦੁਆਰਾ ਰੱਖਿਆ ਗਿਆ ਸੀ ਅਤੇ ਜਿਊਰੀ ਦੇ ਜਗ੍ਹਾ ਮੁੰਡਾ ਦੀ ਪਤਨੀ ਨੇ ਬਿਰਸਾ ਦੀਆਂ ਪਤਨੀਆਂ ਬਣਨ ਲਈ ਜ਼ੋਰ ਪਾਇਆ ਸੀ। ਉਸਨੇ ਉਹਨਾਂ ਨੂੰ ਝਿੜਕਿਆ ਤੇ ਜਗ੍ਹਾ ਮੁੰਡਾ ਦੀ ਪਤਨੀ ਨੂੰ ਉਸਦੇ ਪਤੀ ਦੇ ਹਵਾਲੇ ਕਰ ਦਿੱਤਾ। ਇੱਕ ਹੋਰ ਬਹੁਤ ਮਸ਼ਹੂਰ ਔਰਤ ਜੋ ਬਿਰਸਾ ਦੇ ਨਾਲ ਰਹੀ ਸੀ,
ਬਰੂੰਡੀ ਬਰੂੰਡੀ ਦੀ ਸਾਲੀ। ਬਿਰਸਾ ਨੇ ਆਪਣੇ ਜੀਵਨ ਬਾਅਦ ਦੇ ਪੜਾਅ ਏਕਾ ਪਤਾ ਤੇ ਜ਼ੋਰ ਦਿੱਤਾ। ਬਿਰਸਾ ਕਿਸਾਨਾਂ ਦੰਗਿਆਂ ਦੇ ਸਭ ਤੋਂ ਹੇਠਲੇ ਦਰਜੇ ਵਿੱਚੋਂ ਉੱਠਿਆ, ਜਿਸ ਨੇ ਆਪਣੇ ਨਾਮ ਦੇ ਉਲਟ ਮੁਦਰੀ ਖੁੰਤਕੱਟੀ ਪ੍ਰਣਾਲੀ ਵਿੱਚ ਬਹੁਤ ਘੱਟ ਅਧਿਕਾਰਾਂ ਦਾ ਆਨੰਦ ਮਾਣਿਆ। ਜਦੋਂ ਕਿ ਸਾਰੇ ਵਿਸ਼ੇਸ਼ ਅਧਿਕਾਰਾਂ ਦੇ ਸੰਸਥਾਪਕ ਵੰਸ਼ ਦੇ ਮੈਂਬਰਾਂ ਦਾ ਇੱਕਾਧਾਰੀ ਸੀ, ਦੰਗੇ ਫਸਲਾਂ ਦੇ ਹਿੱਸੇਦਾਰਾਂ ਨਾਲ ਬਿਹਤਰ ਨਹੀਂ ਸੀ। ਇੱਕ ਨੌਜਵਾਨ ਲੜਕੇ ਵਜੋਂ ਬਿਰਸਾ ਨੇ ਤਜਰਬੇ ਤੇ ਰੁਜ਼ਗਾਰ ਦੀ ਭਾਲ ਵਿੱਚ ਥਾਂ-ਥਾਂ ਭੱਜਿਆ। ਉਸ ਨੂੰ ਖੇਤੀ ਦੇ ਸਵਾਲ ਤੇ ਜੰਗਲਾਂ ਦੇ ਮਾਮਲਿਆਂ ਵਿੱਚ ਬਹੁਤ ਸਮਝ ਪ੍ਰਦਾਨ ਸੀ। ਉਹ ਕੋਈ ਨਿਸਕਰਿਆ ਦਰਸ਼ਕ ਨਹੀਂ ਸੀ, ਪਰ ਆਂਢ-ਗੁਆਂਢ ਵਿੱਚ ਚੱਲਦੀਆਂ ਲਹਿਰ ਵਿੱਚ ਸਰਗਰਮ ਭਾਗੀਦਾਰ ਸੀ। ਬਿਰਸਾ ਨੂੰ ਰਵਾਇਤੀ ਕਬਾਇਲੀ ਸੱਭਿਆਚਾਰ ਨੂੰ ਮੁੜ ਸੁਰਜੀਤ ਕਰਨ ਦਾ ਸਿਹਰਾ ਦਿੱਤਾ ਜਾਂਦਾ ਹੈ, ਜੋ ਕਿ ਜ਼ਿਆਦਾਤਰ ਬ੍ਰਿਟਿਸ਼ ਈਸਾਈ ਮਿਸ਼ਨਰੀ ਕੰਮ ਦੁਆਰਾ ਨਕਾਰਾਤਮਕ ਤੌਰ ਤੇ ਪ੍ਰਭਾਵਿਤ ਹੋਇਆ ਸੀ। ਉਸ ਦੇ ਸੰਪਰਦਾ ਦੇ ਅਧੀਨ ਬਹੁਤ ਸਾਰੇ ਕਬਾਇਲੀ ਪਹਿਲਾਂ ਹੀ ਈਸਾਈ ਧਰਮ ਅਪਣਾ ਚੁੱਕੇ ਸਨ। ਉਸਨੇ ਚਰਚ ਅਤੇ ਇਸ ਦੇ ਅਭਿਆਸਾਂ ਜਿਵੇਂ ਕਿ ਟੈਕਸ ਲਗਾਉਣਾ ਅਤੇ ਧਾਰਮਿਕ ਪਰਿਵਰਤਨ ਦਾ ਵਿਰੋਧ ਕੀਤਾ ਅਤੇ ਆਲੋਚਨਾ ਕੀਤੀ। ਉਹ ਖੁਦ ਇੱਕ ਪ੍ਰਚਾਰਕ ਅਤੇ ਉਹਨਾਂ ਦੇ ਰਵਾਇਤੀ ਕਬਾਇਲੀ ਧਰਮ ਦਾ ਪ੍ਰਤੀਨਿਧ ਬਣ ਗਿਆ ਸੀ, ਅਤੇ ਜਲਦੀ ਹੀ ਉਸਨੇ ਇੱਕ ਇਲਾਜ ਕਰਨ ਵਾਲੇ ਇੱਕ ਚਮਤਕਾਰ ਕਰਮੀ ਅਤੇ ਇੱਕ ਪ੍ਰਚਾਰਕ ਦੀ ਸਾਖ ਬਣਾਈ। ਮੁੰਡਿਆਂ ਉਰਾਮਾਂ ਨੇ ਖਰੀਆਂ ਤੋਂ ਉਸ ਨੂੰ ਦੇਖਣ ਅਤੇ ਆਪਣੀਆਂ ਬਿਮਾਰੀਆਂ ਦਾ ਇਲਾਜ ਕਰਨ ਲਈ ਚੱਕੜ ਵੱਲ ਝੁੰਡ ਮਾਰਿਆ। ਵਰਵਾੜੀ ਦੇ ਚੇਚਰੀ ਤੱਕ ਉਰਾਓ ਅਤੇ ਮੁੱਢਾਵਾਦੀ ਦੋਵਾਂ ਦੇ ਵਿਰਾਸਤੀਆਂ ਦੇ ਮੰਨਣਯੋਗ ਬਣ ਗਏ। ਸਮਕਾਲੀ ਅਤੇ ਬਾਅਦ ਦੇ ਲੋਕ ਗੀਤ ਬਿਰਸਾ ਉਸਦੇ ਲੋਕਾਂ, ਉਹਨਾਂ ਦੀਆਂ ਖੁਸ਼ੀਆਂ ਅਤੇ ਉਸਦੇ ਆਗਮਨ ਉਮੀਦਾਂ ਪਏ ਜ਼ਬਰਦਸਤ ਪ੍ਰਭਾਵ ਦੀ ਯਾਦ ਦਿਵਾਉਂਦੇ ਹਨ। ਹਰ ਕਿਸੇ ਦੇ ਬੁੱਲ੍ਹਾਂ ਤੇ ਧਰਤੀ ਆਬਾ ਦਾ ਨਾਂ ਹੀ ਸੀ। ਬਿਰਸਾ ਮੁੰਡਾ ਨੇ ਆਪਣੀ ਕਬਾਇਲੀ ਲੋਕਾਂ ਨੂੰ ਆਪਣੇ ਮੂਲ ਪਰੰਪਰਾਗਤ ਕਬਾਇਲੀ ਧਾਰਮਿਕ ਪ੍ਰਣਾਲੀ ਨੂੰ ਅਪਣਾਉਣ ਦੀ ਸਲਾਹ ਦੇਣੀ ਸ਼ੁਰੂ ਕੀਤੀ। ਉਸ ਦੀਆਂ ਸਿੱਖਿਆਵਾਂ ਤੋਂ ਪ੍ਰਭਾਵਿਤ ਹੋ ਕੇ ਕਬਾਇਲੀ ਲੋਕਾਂ ਲਈ ਇੱਕ ਸੰਤ ਬਣ ਗਿਆ ਸੀ। ਬਿਰਸਾ ਮੁੰਡਾ ਉਹਨਾਂ ਨੇ ਉਸ ਦਾ ਆਸ਼ੀਰਵਾਦ ਵੀ ਮੰਗਿਆ। ਬ੍ਰਿਟਿਸ਼ ਰਾਜ ਨੂੰ ਧਮਕੀ ਦੇਣ ਵਾਲਾ ਬਿਰਸਾ ਮੁੰਡਾ ਦਾ ਨਾਰਾ ਸੀ, ਅਬੂਆ ਰਾਜ ਇੱਥੇ ਜਾਣਾ, ਮਹਾਰਾਣੀ ਰਾਜ ਢੂੰਡ ਜਾਣਾ। ਰਾਣੀ ਦਾ ਰਾਜ ਖਤਮ ਹੋਵੇ ਅਤੇ ਸਾਡਾ ਰਾਜ ਸਥਾਪਿਤ ਹੋਵੇ। ਅੱਜ ਵੀ ਝਾਰਖੰਡ, ਉੜੀਸਾ, ਬਿਹਾਰ, ਪੱਛਮੀ ਬੰਗਾਲ ਅਤੇ ਪੱਛਮੀ ਬੰਗਾਲ ਦੇ ਖੇਤਰਾਂ ਵਿੱਚ ਯਾਦ ਕੀਤਾ ਜਾਂਦਾ ਹੈ ਬਿਰਸਾ ਮੁੰਡਾ ਨੂੰ। ਬ੍ਰਿਟਿਸ਼ ਬਸਤੀਵਾਦੀ ਪ੍ਰਣਾਲੀਆਂ ਨੇ ਕਬਾਇਲੀ ਖੇਤਰੀ ਪ੍ਰਣਾਲੀ ਨੂੰ ਇੱਕ ਜਗੀਰੂ ਰਾਜ ਵਿੱਚ ਤਬਦੀਲ ਕਰਨ ਨੂੰ ਤੇਜ਼ ਕੀਤਾ। ਜਿਵੇਂ ਕਿ ਆਦਿਵਾਸੀ ਆਪਣੀ ਮੁੱਢਲੀ ਤਕਨੀਕ ਨਾਲ ਸਰਪਲਸ ਪੈਦਾ ਨਹੀਂ ਕਰ ਸਕਦੇ, ਇਸ ਲਈ ਛੋਟੇ ਨਾਗਪੁਰ ਦੇ ਮੁਖੀਆ ਦੁਆਰਾ ਗੈਰ ਆਦਿਵਾਸੀ ਕਿਸਾਨੀ ਨੂੰ ਜ਼ਮੀਨ ਦੇ ਵਸਣ ਤੇ ਖੇਤਰੀਕਰਨ ਲਈ ਸੱਦਾ ਦਿੱਤਾ ਗਿਆ। ਇਸ ਦੇ ਨਾਲ ਆਦਿਵਾਸੀਆਂ ਦੇ ਕਬਜ਼ੇ ਵਾਲੀਆਂ ਜ਼ਮੀਨਾਂ ਦੂਰ ਹੋ ਗਈਆਂ। ਠੇਕੇਦਾਰਾਂ ਦੀ ਨਵੀਂ ਜਮਾਤ ਵਧੇਰੇ ਜ਼ਾਲਮ ਕਿਸਮ ਦੀ ਸੀ ਅਤੇ ਆਪਣੀ ਜਾਇਦਾਦ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਉਤਸੁਕ ਸੀ। 1856 ਵਿੱਚ ਜਗੀਰ 600 ਦੇ ਕਰੀਬ ਅਤੇ ਉਹਨਾਂ ਦੇ ਇੱਕ ਪਿੰਡ ਤੋਂ ਲੈ ਕੇ 150 ਪਿੰਡਾਂ ਤੱਕ ਕਬਜ਼ਾ ਸੀ। ਪਰ 1874 ਤੱਕ ਜ਼ਿਮੀਂਦਾਰਾਂ ਦੁਆਰਾ ਪੇਸ਼ ਕੀਤੇ ਗਏ ਕਿਸਾਨਾਂ ਦੁਆਰਾ ਪੁਰਾਣੇ ਮੁੱਢਾਂ ਜਾਂ ਉੜਾਂ ਦੇ ਸਰਦਾਰਾਂ ਦਾ ਅਧਿਕਾਰ ਲਗਭਗ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਗਿਆ ਸੀ। ਕੁਝ ਪਿੰਡਾਂ ਵਿੱਚ ਉਹ ਪੂਰੀ ਤਰ੍ਹਾਂ ਆਪਣੇ ਮਾਲਕੀ ਹੱਕ ਗਵਾ ਚੁੱਕੇ ਸਨ ਅਤੇ ਖੇਤ ਮਜ਼ਦੂਰਾਂ ਦੇ ਅਹੁਦੇ ਤੱਕ ਸਿਮਟ ਕੇ ਰਹਿ ਗਏ ਸਨ। ਖੇਤੀ ਦੇ ਟੁੱਟਣ ਅਤੇ ਸੱਭਿਆਚਾਰ ਤਬਦੀਲੀ ਦੀ ਦੋਹਰੀ ਚੁਣੌਤੀਆਂ ਲਈ ਮੁੱਢਾਂ ਦੇ ਨਾਲ ਬਿਰਸਾ ਨੇ ਆਪਣੀ ਅਗਵਾਈ ਵਿੱਚ ਬਗਾਵਤਾਂ ਦੀ ਇੱਕ ਲੜੀ ਰਾਹੀਂ ਜਵਾਬ ਦਿੱਤਾ ਕਿ ਸੰਨ 1895 ਵਿੱਚ ਤਮਾਰ ਦੇ ਪਿੰਡ ਚਲਕਦ ਵਿੱਚ ਬਿਰਸਾ ਮੁੰਡਾ ਨੇ ਈਸਾਈ ਧਰਮ ਨੂੰ ਤਿਆਗ ਦਿੱਤਾ। ਆਪਣੇ ਸਾਥੀ ਕਬੀਲਿਆਂ ਨੂੰ ਕਿਹਾ ਕਿ ਉਹ ਕੇਵਲ ਇੱਕ ਰੱਬ ਦੀ ਪੂਜਾ ਕਰਨ ਅਤੇ ਬੋਗਾ ਦੀ ਪੂਜਾ ਛੱਡ ਦੇਣ। ਉਸਨੇ ਆਪਣੇ ਇੱਕ ਨਵੀਂ ਘੋਸ਼ਿਤ ਕੀਤਾ ਜੋ ਆਪਣੇ ਲੋਕਾਂ ਦੇ ਗਵਾਚੇ ਹੋਏ ਰਾਜ ਨੂੰ ਮੁੜ ਪ੍ਰਾਪਤ ਕਰਨ ਲਈ ਆਇਆ ਸੀ। ਉਹਨਾਂ ਨੇ ਕਿਹਾ ਕਿ ਮਹਾਰਾਣੀ ਵਿਕਟੋਰੀਆ ਦਾ ਰਾਜ ਖਤਮ ਹੋ ਗਿਆ ਹੈ ਤੇ ਮੁੱਢਾ ਰਾਜ ਸ਼ੁਰੂ ਹੋ ਗਿਆ ਹੈ। ਉਸਨੇ ਆਪਣੇ ਰਵਾਇਤੀ ਕਿਰਾਏਦਾਰ ਕਿਸਾਨਾਂ ਨੂੰ ਕੋਈ ਕਿਰਾਇਆ ਨਾ ਦੇਣ ਦਾ ਹੁਕਮ ਵੀ ਦਿੱਤਾ। ਮੋਢਿਆਂ ਨੇ ਉਸ ਨੂੰ ਧਰਤੀ ਬਾਬਾ, ਧਰਤੀ ਦਾ ਪਿਤਾ ਕਿਹਾ। ਇੱਕ ਅਫਵਾਹ ਦੇ ਕਾਰਨ ਕਿ ਜਿਹੜੇ ਲੋਕ ਬਿਰਸਾ ਦੀ ਪਾਲਣਾ ਨਹੀਂ ਕਰਨਗੇ ਉਹਨਾਂ ਦਾ ਕਤਲੇਆਮ ਕੀਤਾ ਜਾਵੇਗਾ। ਬਿਰਸਾ ਨੂੰ 24 ਅਗਸਤ 1895 ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ 2 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ। 28 ਜਨਵਰੀ 1898 ਨੂੰ ਜੇਲ੍ਹ ਤੋਂ ਰਿਹਾ ਹੋਣ ਤੋਂ ਬਾਅਦ ਉਹ ਰਿਕਾਰਡ ਇਕੱਠਾ ਕਰਨ ਅਤੇ ਮੰਦਰ ਨਾਲ ਨਸਲੀ ਸੰਬੰਧਾਂ ਨੂੰ ਮੁੜ ਸਥਾਪਿਤ ਕਰਨ ਲਈ ਆਪਣੇ ਪੈਰੋਕਾਰ ਨਾਲ ਚੂਟਿਆ ਗਿਆ। ਉਹਨਾਂ ਨੇ ਕਿਹਾ ਕਿ ਇਹ ਮੰਦਰ ਕੌਲਿਆਂ ਦਾ ਹੈ। ਈਸਾਈ ਮਿਸ਼ਨਰੀ ਬਿਰਸਾ ਅਤੇ ਉਸਦੇ ਪੈਰੋਕਾਰਾਂ ਨੂੰ ਗ੍ਰਿਫਤਾਰ ਕਰਨਾ ਚਾਹੁੰਦੇ ਸਨ ਜੋ ਧਰਮ ਪਰਿਵਰਤਨ ਕਰਨ ਦੀਆਂ ਉਹਨਾਂ ਦੀਆਂ ਯੋਗਤਾਵਾਂ ਨੂੰ ਧਮਕੀ ਦੇ ਰਹੇ ਸਨ। ਬਿਰਸਾ 2 ਸਾਲ ਲਈ ਰੂਪੋਸ ਰਿਹਾ, ਕਿਸੇ ਗੁਪਤ ਜਗ੍ਹਾ ਤੇ ਰਿਹਾ, ਗੁਪਤ ਮੀਟਿੰਗਾਂ ਦੀ ਇੱਕ ਲੜੀ ਵਿੱਚ ਸ਼ਾਮਲ ਹੁੰਦਾ ਰਿਹਾ। ਇਹ ਕਿਹਾ ਜਾਂਦਾ ਹੈ ਕਿ ਲਗਭਗ 7000 ਮਰਦ ਅਤੇ ਔਰਤਾਂ 1899 ਦੇ ਕ੍ਰਿਸਮਸ ਦੇ ਆਲੇ ਦੁਆਲੇ ਇਕੱਠੇ ਹੋਏ ਤੇ ਉਲਗਲਾਨ ਕ੍ਰਾਂਤੀ ਦੀ ਸ਼ੁਰੂਆਤ ਕਰਨ ਲਈ, ਜੋ ਜਲਦੀ ਹੀ ਖੂਟੀ ਤਾਮਰ, ਬਸੀ ਅਤੇ ਰਾਂਚੀ ਵਿੱਚ ਫੈਲ ਗਈ ਸੀ। ਮਰਹੂ ਵਿਖੇ ਐਗਰੀਕਲ ਮਿਸ਼ਨ ਅਤੇ ਸਰਵਾਦਾ ਵਿੱਚ ਰੋਮਨ ਕੈਥੋਲਿਕ ਮਿਸ਼ਨ ਮੁੱਖ ਨਿਸ਼ਾਨੇ ਸਨ। ਬਰਸਾਤਾ ਦੇ ਖੁੱਲ੍ਹੇਆਮ ਐਲਾਨ ਕੀਤਾ ਕਿ ਅਸਲ ਦੁਸ਼ਮਣ ਅੰਗਰੇਜ਼ ਹਨ, ਨਾ ਕਿ ਈਸਾਈ ਮੁੱਢੇ, ਅਤੇ ਅੰਗਰੇਜ਼ਾਂ ਵਿਰੁੱਧ ਫੈਸਲਾਕੁੰਨ ਜੰਗ ਦਾ ਸੱਦਾ ਵੀ ਦਿੱਤਾ।
2 ਸਾਲਾਂ ਤੱਕ ਉਹਨਾਂ ਨੇ ਬ੍ਰਿਟਿਸ਼ ਪ੍ਰਤੀ ਵਫ਼ਾਦਾਰ ਥਾਵਾਂ ਤੇ ਹਮਲਾ ਕੀਤਾ। 5 ਜਨਵਰੀ 1900 ਨੂੰ ਬਿਰਸਾ ਦੇ ਪੈਰੋਕਾਰਾਂ ਨੇ ਏਟਕਦੀਹ ਵਿਖੇ 2 ਪੁਲਿਸ ਕਾਂਸਟੇਬਲ ਨੂੰ ਮਾਰ ਦਿੱਤਾ। 7 ਜਨਵਰੀ ਨੂੰ ਉਹਨਾਂ ਨੇ ਖੁੱਟੀ ਥਾਣੇ ਤੇ ਹਮਲਾ ਕੀਤਾ, ਇੱਕ ਕਾਂਸਟੇਬਲ ਦੀ ਹੱਤਿਆ ਕਰ ਦਿੱਤੀ ਤੇ ਸਥਾਨਕ ਦੁਕਾਨਦਾਰਾਂ ਦੇ ਘਰ ਭੰਨ ਦਿੱਤੇ। ਸਥਾਨਕ ਕਮਿਸ਼ਨਰ ਫੋਬਸ ਅਤੇ ਡਿਪਟੀ ਕਮਿਸ਼ਨਰ ਐਚ.ਸੀ. ਸਟੀਫੀਲਡ ਵੱਧ ਰਹੀ ਬਗਾਵਤ ਨੂੰ ਦਬਾਉਣ ਲਈ 150 ਆਦਮੀ ਦੀ ਫੋਰਸ ਨਾਲ ਖੁੱਟੀ ਵੱਲ ਦੌੜਿਆ। ਖੁੱਟੀ ਵੱਲ ਦੌੜ ਗਿਆ ਤੇ ਉਸਨੇ ਜੋ ਕੀਤਾ, ਜੋ ਮੁੱਢਾ ਨੂੰ ਗ੍ਰਿਫਤਾਰ ਕਰਨਾ ਚਾਹੁੰਦਾ ਸੀ, ਮੁੱਢਾ ਨੂੰ ਗ੍ਰਿਫਤਾਰ ਵੀ ਕਰਨਾ ਚਾਹੁੰਦਾ ਸੀ, ਇਸ ਲਈ ਉਸਨੇ 150 ਫੋਰਸ ਨਾਲ ਖੁੱਟੀ ਵੱਲ ਦੌੜਿਆ। ਬਸਤੀਵਾਦੀ ਪ੍ਰਸ਼ਾਸਨ ਨੇ ਬਿਰਸਾ ਲਈ 500 ਰੁਪਏ ਦਾ ਨਾਮ ਵੀ ਰੱਖਿਆ। ਉਸ ਟਾਈਮ 500 ਰੁਪਈਆ ਬਹੁਤ ਹੁੰਦਾ ਸੀ। ਫੋਬਸ ਅਤੇ ਸਟੈਫੀਲਡ ਦੀ ਕਮਾਂਡ ਹੇਠ ਫੌਜਾਂ ਨੇ ਡੰਬਰੀ ਹਿਲਾ ਦੇ ਮੁੱਢਾ ਦੇ ਗਰੀਲਿਆਂ ਤੇ ਹਮਲਾ ਕੀਤਾ ਤੇ ਉਹਨਾਂ ਨੂੰ ਹਰਾਇਆ। ਹਾਲਾਂਕਿ ਮੁੱਢਾ ਖੁਦ ਸਿੰਘਬਮ ਪਹਾੜੀਆਂ ਵੱਲ ਭੱਜ ਗਿਆ ਸੀ। ਜੋ ਮੁੱਢਾ ਸੀ ਉਹ ਮੁੱਢਾ ਕਬਾਇਲੀ ਇਲਾਕਾ ਸੀ, ਉਹਨਾਂ ਦਾ ਜੋ ਆਦੀਵਾਸੀ ਇਲਾਕਾ ਸੀ ਤੇ ਬਿਰਸਾ ਉਸਦਾ ਨਾਂ ਸੀ। ਮੁੱਢਾ ਤਾਂ ਜੁੜਿਆ, ਉਹ ਮੁੱਢਾ ਕਬੀਲੇ ਨਾਲ ਸੰਬੰਧ ਰੱਖਦਾ ਸੀ। ਮੁੱਢਾ ਨੂੰ ਉਸ ਨੂੰ 3 ਫਰਵਰੀ 1900 ਨੂੰ ਚੱਕਰਦਾਰਪੁਰ ਦੇ ਜਮਕੋਪੋਈ ਜੰਗਲ ਵਿੱਚ ਗ੍ਰਿਫਤਾਰ ਕੀਤਾ ਗਿਆ। ਰਾਂਚੀ ਦੇ ਡਿਪਟੀ ਕਮਿਸ਼ਨਰ ਮੁਤਾਬਕ 15 ਵੱਖ-ਵੱਖ ਅਪਰਾਧਿਕ ਮਾਮਲਿਆਂ ਵਿੱਚ 460 ਆਦਿਵਾਸੀਆਂ ਨੂੰ ਦੋਸ਼ੀ ਬਣਾਇਆ ਗਿਆ ਸੀ, ਜਿਸ ਚੋਂ 63 ਨੂੰ ਦੋਸ਼ੀ ਕਰਾਰ ਦਿੱਤਾ ਗਿਆ ਤੇ ਇੱਕ ਨੂੰ ਮੌਤ ਦੀ ਸਜ਼ਾ ਦਿੱਤੀ ਗਈ। 39 ਨੂੰ ਉਮਰ ਭਰ ਲਈ ਆਵਾਜਾਈ ਦੇ, 23 ਨੂੰ 14 ਸਾਲਾਂ ਤੱਕ ਦੀ ਕੈਦ ਸਜ਼ਾ ਸੁਣਾਈ ਗਈ। ਮੁਕੱਦਮੇ ਦੌਰਾਨ ਜੇਲ੍ਹ ਵਿੱਚ ਬਿਰਸਾ ਮੁੰਡਾ ਸਮੇਤ 6 ਮੌਤਾਂ ਹੋਈਆਂ। ਬਿਰਸਾ ਮੁੰਡਾ ਦੀ 9 ਜੂਨ 1900 ਨੂੰ ਜੇਲ੍ਹ ਵਿੱਚ ਮੌਤ ਹੋ ਗਈ। ਉਸ ਤੋਂ ਬਾਅਦ ਅੰਦੋਲਨ ਫਿੱਕਾ ਪੈ ਗਿਆ ਤੇ 1908 ਵਿੱਚ ਬਸਤੀਵਾਦੀ ਸਰਕਾਰ ਨੇ ਛੋਟਾ ਨਾਗਪੁਰ ਕਿਰਾਏਦਾਰੀ ਐਕਟ (CNT) ਪੇਸ਼ ਕੀਤਾ, ਜੋ ਕਬਾਇਲੀ ਜ਼ਮੀਨ ਨੂੰ ਗੈਰ ਆਦਿਵਾਸੀਆਂ ਨੂੰ ਤਬਦੀਲ ਕਰਨ ਤੇ ਪਾਬੰਦੀ ਲਗਾਉਂਦਾ ਹੈ। ਕੇਂਦਰੀ ਮੰਤਰੀ ਮੰਡਲ ਨੇ 10 ਨਵੰਬਰ 2021 ਨੂੰ ਹੋਈ ਇੱਕ ਮੀਟਿੰਗ ਵਿੱਚ ਕਬਾਇਲੀ ਸੁਤੰਤਰਤਾ ਕਾਰਕੁਨ ਦੇ ਯੋਗਦਾਨ ਨੂੰ ਯਾਦ ਕਰਨ ਲਈ 15 ਨਵੰਬਰ ਬਿਰਸਾ ਮੁੰਡਾ ਦੇ ਜਨਮ ਦਿਨ ਨੂੰ ਜਨਜਾਤੀ ਗੌਰਵ ਦਿਵਸ ਵਜੋਂ ਮਨਾਉਣ ਲਈ ਵੋਟ ਕੀਤਾ। ਉਸ ਦਾ ਜਨਮ ਦਿਨ ਅਜੇ ਵੀ ਕਰਨਾਟਕ ਦੇ ਮੈਸੂਰ ਕੋਡਾਸੂ ਜ਼ਿਲ੍ਹਿਆਂ ਵਿੱਚ ਦੂਰ ਦਰਾਡੇ ਆਦਿਵਾਸੀ ਲੋਕਾਂ ਦੁਆਰਾ ਮਨਾਇਆ ਜਾਂਦਾ ਹੈ। ਅਧਿਕਾਰਤ ਜਸ਼ਨ ਝਾਰਖੰਡ ਦੀ ਰਾਜਧਾਨੀ ਰਾਂਚੀ ਦੇ ਕੋਕਰਾ ਇਲਾਕੇ ਵਿੱਚ ਉਸਦੀ ਸਮਾਧੀ ਸਥਲ ਤੇ ਹੁੰਦਾ ਹੈ। ਅੱਜ ਉਹਨਾਂ ਦਾ ਨਾਮ ਕਈ ਸੰਸਥਾਵਾਂ ਦੇ ਢਾਂਚੇ ਹਨ, ਖਾਸ ਤੌਰ ਤੇ ਬਿਰਸਾ ਮੁੰਡਾ ਏਅਰਪੋਰਟ ਰਾਂਚੀ, ਬਿਰਸਾ ਇੰਸਟੀਚਿਊਟ ਆਫ ਟੈਕਨੋਲੋਜੀ ਸਿਧਰੀ, ਬਿਰਸਾ ਮੁੰਡਾ ਇੰਟਰਨੈਸ਼ਨਲ ਹਾਕੀ ਕਾਲਜ, ਸਟੇਡੀਅਮ ਰੁੜਕੇਲਾ ਵਿਸ਼ਵ ਦਾ ਸਭ ਤੋਂ ਵੱਡਾ ਹਾਕੀ ਸਟੇਡੀਅਮ ਹੈ। ਬਿਰਸਾ ਮੁੰਡਾ ਬਨਾਰਸੀ ਛਾਤਰਾਵਾਸ, ਕਾਨਪੁਰ ਸਿੱਧੂ ਕਾਨੂ, ਬਿਰਸਾ ਯੂਨੀਵਰਸਿਟੀ ਪਰੂਲੀਆ ਅਤੇ ਬਿਰਸਾ ਖੇਤੀਬਾੜੀ ਯੂਨੀਵਰਸਿਟੀ ਬਿਹਾਰ ਰੈਜੀਮੈਂਟ ਦੀ ਜੰਗੀ ਪ੍ਰਕਾਰ ਬਿਰਸਾ ਮੁੰਡਾ ਕੀ ਹੈ, ਜੇ ਬਿਰਸਾ ਮੁੰਡਾ ਦੀ ਜਿੱਤ ਹੈ। ਉਲਗਾਨ ਦੀ ਮੂਰਤੀ ਝਾਰਖੰਡ ਵਿੱਚ ਬਿਰਸਾ ਮੁੰਡਾ ਦੀ ਇੱਕ ਪ੍ਰਸਤਾਵਿਤ 150 ਫੁੱਟ ਉੱਚੀ ਮੂਰਤੀ ਹੈ, ਜੋ ਖੇਤਰ ਦੇ ਘਰਾਂ ਤੋਂ ਇਕੱਠੇ ਕੀਤੇ ਪੱਥਰਾਂ ਨਾਲ ਬਣਾਈ ਜਾਵੇਗੀ। ਰਾਂਚੀ ਵਿੱਚ ਨੈਸ਼ਨਲ ਯੂਨੀਵਰਸਿਟੀ ਆਫ ਸਟੱਡੀ ਐਂਡ ਰਿਸਰਚ ਇਨ ਲਾ ਦਾ ਸਾਲਾਨਾ ਕਾਲਜ ਉਤਸਵ ਉਲਗਾਨ ਬਿਰਸਾ ਮੁੰਡਾ ਦੇ ਸੁਤੰਤਰਤਾ ਸੰਗਰਾਮ ਨੂੰ ਪ੍ਰੇਰਿਤ ਕਰਦਾ ਹੈ। ਆਰਾਮ ਦੀ ਨਿਰਦੇਸ਼ਕ ਗੋਪੀ ਨੈਨਰ ਬਿਰਸਾ ਮੁੰਡਾ ਦੇ ਜੀਵਨ ਤੇ ਤਾਮਿਲ ਵਿੱਚ ਇੱਕ ਫਿਲਮ ਦਾ ਨਿਰਦੇਸ਼ਨ ਕਰਨ ਜਾ ਰਹੇ ਹਨ। ਮਸ਼ਹੂਰ ਤਾਮਿਲ ਨਿਰਦੇਸ਼ਕ ਅਤੇ ਜਾਤੀ ਵਿਰੋਧੀ ਕਾਰਕੁਨ ਪਾਲ ਰਣਜੀਤ ਸਿੰਘ ਹਿੰਦੀ ਫਿਲਮ ਦਾ ਨਿਰਦੇਸ਼ਨ ਕਰਨਗੇ, ਜੋ ਬਿਰਸਾ ਮੁੰਡਾ ਦੇ ਜੀਵਨ ਤੇ ਆਧਾਰਿਤ ਹੋਵੇਗੀ। ਸੋ ਬਿਰਸਾ ਮੁੰਡਾ ਦਾ ਇਤਿਹਾਸ ਸੀ, ਬਿਰਸਾ ਮੁੰਡਾ ਦੇ ਬਾਰੇ ਤੁਸੀਂ ਜਾਣਿਆ ਤੇ ਅੱਜ ਤੱਕ ਮੈਂ ਉਮੀਦ ਕਰਦਾ ਕਿ ਕਿਸੇ ਨੂੰ ਇਸ ਗੱਲ ਦਾ ਨਹੀਂ ਪਤਾ ਹੋਗਾ ਕਿ ਬਿਰਸਾ ਮੁੰਡਾ ਵੀ ਕਿਸੇ ਆਦੀਵਾਸੀ ਕਬੀਲੇ ਨਾਲ ਸੰਬੰਧ ਰੱਖਦਾ ਸੀ। ਉਸਦਾ ਵੀ ਐਡਾ ਵੱਡਾ ਯੋਗਦਾਨ ਸੀ, ਜਿਸ ਨੇ ਆਪਣੇ ਕਬਾਇਲੀ, ਆਪਣੇ ਸਮਾਜ, ਆਪਣੇ ਕਬੀਲੇ ਲਈ ਬਹੁਤ ਕੁਝ ਕੀਤਾ ਤੇ ਇੱਕ ਲੜਾਈ ਲੜਦੇ ਬ੍ਰਿਟਿਸ਼ ਸਰਕਾਰ ਦੇ ਹੱਥੋਂ ਮਾਰਿਆ ਗਿਆ ਤੇ ਬ੍ਰਿਟਿਸ਼ ਰਾਜ ਵਿੱਚ ਉਸਦੀ ਮੌਤ ਹੋਈ। ਸੋ ਅਗਰ ਮੇਰੀ ਵੀਡੀਓ ਵਿੱਚ ਕੋਈ ਤੱਤ ਰਹਿ ਗਏ ਹੁਣ ਤਾਂ ਮਾਫੀ ਦੇ ਜਾਚਕ। ਅਗਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਸਤਿ ਸ਼੍ਰੀ ਅਕਾਲ।